ਗਨਕਾ ਇੱਕ ਵੇਸਵਾ ਸੀ। ਉਹ ਸ਼ਹਿਰ ਦੇ ਬਾਜ਼ਾਰ ਵਿੱਚ ਰਹਿੰਦੀ ਸੀ। ਪਾਪ ਕਰਮ ਕਰਦੀ ਰਹਿੰਦੀ ਸੀ। ਉਸਦੇ ਰੂਪ ਤੇ ਉਸਦੀ ਜਵਾਨੀ ਤੇ ਸਭ ਵਿਕਦੇ ਸਨ। ਉਹ ਪਾਪਾਂ ਦੀ ਪੰਡ ਬੰਨੀ ਜਾਇਆ ਕਰਦੀ ਸੀ। ਜਦੋਂ ਹੀ ਤਰਕਾਲਾਂ ਪੈਂਦੀਆਂ ਤਾਂ ਉਸਦੇ ਘਰ ਰੌਣਕ ਹੁੰਦੀ। ਦੀਵਾ ਬਲਦਾ ਤੇ ਉਹ ਹਾਰ ਸ਼ਿੰਗਾਰ ਕਰਕੇ ਬੈਠ ਜਾਂਦੀ। ਭਗਤ ਨਾਮਦੇਵ ਜੀ ਨੇ ਇੱਕ ਪਾਵਨ ਸ਼ਬਦ ਅੰਕਿਤ ਕੀਤਾ ਹੈ। ਸੂਆ ਪੜਾਵਤ ਗਨਕਾ ਤਰੀ, ਸੋ ਹਰ ਨੈਨੋਹ ਕੀ ਪੂਤਰੀ। ਭਗਤਾਂ ਨੇ ਬਚਨ ਕੀਤਾ ਕਿ ਤੋਤੇ ਨੂੰ ਪੜਾਉਂਦੀ ਹੋਈ ਗਨਕਾ ਤਰ ਗਈ। ਉਹ ਪਰਮਾਤਮਾ ਦੇ ਨੈਣਾਂ ਦੀ ਪੁਤਲੀ ਬਣੀ। ਉਹ ਭਗਤਾਂ ਵਿੱਚ ਗਿਣੀ ਗਈ। ਉਸਦਾ ਐਸਾ ਜੀਵਨ ਬਦਲ ਗਿਆ। ਉਸਦੇ ਪਾਪ ਤੇ ਨਰਕੀ ਜੀਵਨ ਵਿੱਚੋਂ ਨਿਕਲਣ ਦੀ ਕਥਾ ਇਸ ਪ੍ਰਕਾਰ ਹੈ ਕਿ ਉਹ ਜਦੋਂ ਮੰਦ ਕਰਮ ਵਿੱਚ ਰੁੱਝੀ ਹੋਈ ਜੀਵਨ ਨੂੰ ਭੁੱਲ ਗਈ ਸੀ। ਮਨੁੱਖਾ ਜੀਵਨ ਦੇ ਮਨੋਰਥ ਦਾ ਉੱਕਾ ਹੀ ਪਤਾ ਨਹੀਂ ਸੀ। ਤਦੋਂ ਇੱਕ ਦਿਨ ਇੱਕ ਸਾਧੂ ਆ ਗਿਆ। ਉਸਦੇ ਕੋਲ ਇੱਕ ਤੋਤਾ ਸੀ। ਆਖਦੇ ਹਨ ਕਿ ਉਹ ਸਾਧੂ ਸ਼ਹਿਰੋਂ ਬਾਹਰ ਰਿਹਾ ਕਰਦਾ ਸੀ। ਉਹ ਘੱਟ ਵਸੋਂ ਵਿੱਚ ਆਉਂਦਾ। ਉਸ ਰਾਤ ਬਾਰਿਸ਼ ਬਹੁਤ ਹੋਈ। ਇੰਨੀ ਬਾਰਿਸ਼ ਹੋਈ ਕਿ ਉੱਚੀ ਨੀਵੀਂ ਧਰਤੀ ਜਲ ਥਲ ਦਿਸਣ ਲੱਗੀ। ਸਾਧੂ ਨੇ ਵੇਖਿਆ ਠੰਡ ਨਾਲ ਉਸਦਾ ਤੋਤਾ ਵੀ ਮਰਨ ਲੱਗਾ ਸੀ। ਪੰਛੀ ਉਸਨੂੰ ਜਾਨ ਨਾਲੋਂ ਪਿਆਰਾ ਸੀ, ਕਿਉਂਕਿ ਉਹ ਰਾਮ ਰਾਮ ਦੀ ਪੈਂਤੀ ਪੜ੍ਹਦਾ ਸੀ। ਉਸਨੇ ਤੋਤੇ ਦੇ ਪਿੰਜਰੇ ਨੂੰ ਚੁੱਕਿਆ ਤੇ ਸ਼ਹਿਰ ਵੱਲ ਤੁਰ ਪਿਆ। ਉਸਨੇ ਆਪਣੀ ਗੋਦੜੀ ਤੇ ਹੋਰ ਬਸਤਰ ਉੱਪਰ ਲਏ ਹੋਏ ਸਨ। ਕੁਦਰਤ ਦੀ ਸ਼ਕਤੀ ਦਾ ਮੁਕਾਬਲਾ ਕਰਨਾ ਉਸ ਦੇ ਵੱਸ ਤੋਂ ਬਾਹਰ ਸੀ। ਉਹ ਤੁਰਿਆ ਆਇਆ, ਪਰ ਕੋਈ ਆਸਰਾ ਨਾ ਲੱਭਾ। ਰਾਤ ਦਾ ਸਮਾਂ ਸੀ। ਸਾਰੇ ਲੋਕ ਆਪੋ ਆਪਣੇ ਘਰਾਂ ਵਿੱਚ ਬੂਹੇ ਮਾਰ ਕੇ ਬੈਠੇ ਸਨ। ਕਿੰਨਾ ਤੁਰਨ ਤੇ ਵੀ ਸਾਧੂ ਨੂੰ ਕੋਈ ਆਸਰਾ ਨਾ ਲੱਭਾ। ਉਹ ਤੁਰਿਆ ਗਿਆ। ਅਖੀਰ ਗਨਕਾ ਦਾ ਘਰ ਆਇਆ। ਦੀਵਾ ਜਗਦਾ ਸੀ। ਬੂਹਾ ਵੀ ਖੁੱਲ੍ਹਾ ਸੀ। ਉਹ ਰਾਮ ਦਾ ਨਾਮ ਲੈ ਕੇ ਅੱਗੇ ਲੰਘ ਗਿਆ। ਗਨਕਾ ਉਸਨੂੰ ਦੇਖ ਕੇ ਮਨ ਵਿੱਚ ਬਹੁਤ ਖੁਸ਼ ਹੋਈ। ਉਸਨੇ ਖਿਆਲ ਕੀਤਾ ਕਿ ਮੀਂਹ ਹਨੇਰੀ ਦੇ ਸਮੇਂ ਵੀ ਉਸ ਕੋਲ ਗਾਹਕ ਆਇਆ ਹੈ ਜਿਹੜਾ ਉਸਨੂੰ ਪੈਸੇ ਖਟਾਏਗਾ, ਉਸਦੇ ਤਨ ਦਾ ਸੌਦਾ ਕਰੇਗਾ। ਉਸਨੇ ਚਾਅ ਨਾਲ ਆਖਿਆ, ਆਓ ਮੇਰੀਆਂ ਅੱਖਾਂ ਵਿੱਚ ਬੈਠੋ, ਮੈਂ ਉਡੀਕਦੀ ਸਾਂ। ਗਨਕਾ ਦਾ ਇਹ ਵਾਕ ਸੁਣ ਕੇ ਤੇ ਉਸਦੇ ਰੂਪ ਤੇ ਸ਼ਿੰਗਾਰ ਨੂੰ ਤੱਕ ਕੇ ਸਾਧੂ ਬੜਾ ਹੈਰਾਨ ਹੋਇਆ। ਉਸਨੇ ਕਿਹਾ, ਬੇਟੀ, ਬਾਹਰ ਬਾਰਿਸ਼ ਬਹੁਤ ਹੈ। ਮੇਰੀ ਝੁੱਗੀ ਰੁੜ ਗਈ ਹੈ। ਮੈਂ ਆਪਣੇ ਤੋਤੇ ਸਮੇਤ ਆਸਰਾ ਲੈਣ ਆਇਆ ਹਾਂ। ਬੇਟੀ ਸ਼ਬਦ ਨੇ ਗਨਕਾ ਦੇ ਪਾਪੀ ਮਨ ਨੂੰ ਕੰਬਾ ਦਿੱਤਾ। ਉਹ ਇੱਕ ਵਾਰ ਕੰਬੀ ਤੇ ਮੁੜ ਨਿਰਾਸ਼ਤਾ ਨਾਲ ਬੋਲੀ, ਤੁਸਾਂ ਰਾਤ ਰਹਿਣਾ ਹੈ? ਸਾਧੂ ਨੇ ਕਿਹਾ, ਹਾਂ ਬੇਟੀ, ਅਸਾਂ ਰਾਤ ਰਹਿਣਾ ਹੈ। ਹਰ ਆਤਮਾ ਪਰਮਾਤਮਾ ਦੀ ਅੰਸ਼ ਹੈ ਤੇ ਸਰੀਰ ਆਤਮਾ ਦਾ ਘਰ। ਸਰੀਰ ਨੂੰ ਆਸਰਾ ਦੇਣਾ, ਨੇਕ ਮਾਰਗ ਤੇ ਚੱਲਣਾ ਹੈ। ਪੁੱਤਰੀ, ਪਰਮਾਤਮਾ ਨੇ ਤੈਨੂੰ ਸੁੱਖ ਦੇ ਸਾਧਨ ਬਖਸ਼ੇ ਹਨ। ਉਸ ਨੂੰ ਯਾਦ ਕਰਦੀ ਹੋਏਗੀ। ਸਾਧੂ ਸਹਿ ਸੁਭਾਅ ਬੋਲੀ ਗਿਆ। ਉਸਦੀ ਆਤਮਾ ਸੱਚ ਹੀ ਨਿਰਮਲ ਸੀ। ਪਰ ਗਨਕਾ, ਜਿਸ ਦਾ ਅਸਲੀ ਨਾਮ ਚੰਦਰਮਣੀ ਸੀ, ਉਹ ਤਾਂ ਸੁਣ ਸੁਣ ਕੇ ਘਬਰਾਉਣ ਲੱਗੀ। ਉਹ ਤਾਂ ਪਾਪੀ ਸੀ। ਉਸਨੇ ਘਬਰਾਹਟ ਵਿੱਚ ਆਖਿਆ, ਤੁਸੀਂ ਸਾਧੂ ਹੋ? ਸਾਧੂ ਨੇ ਕਿਹਾ, ਹਾਂ, ਅਸੀਂ ਸਾਧੂ ਹਾਂ। ਮੇਰੇ ਮਾਲਕ ਨੇ ਮੈਨੂੰ ਸਾਧੂ ਬਣਾ ਕੇ ਆਪਣੇ ਨਾਮ ਦੇ ਸਿਮਰਨ ਵੱਲ ਲਾਇਆ ਹੈ। ਉਹ ਮਾਲਕ ਜਿਹੜਾ ਸਭ ਦਾ ਕਰਤਾ, ਹਰਤਾ, ਜੀਵਨ ਦਾਤਾ, ਅੰਨਦਾਤਾ ਹੈ। ਗਨਕਾ ਦੇ ਮਨ ਵਿੱਚ ਕੁਝ ਨੇਕ ਭਾਵ ਆਏ, ਕਿਉਂਕਿ ਸ਼ਾਮ ਤੇ ਦਿਨ ਤੋਂ ਉਸਦੇ ਕੋਲ ਐਸਾ ਪੁਰਸ਼ ਕੋਈ ਨਹੀਂ ਸੀ ਆਇਆ ਜਿਹੜਾ ਉਸਨੂੰ ਪਾਪ ਕਰਮ ਵੱਲ ਨਾ ਲਾਉਂਦਾ। ਮੰਦ ਵਰਤ ਕੇ ਉਸਦੀ ਮੰਦ ਵਾਸ਼ਨਾ ਨਾਲ ਉਸਦੇ ਮੈਲੇ ਮਨ ਤੇ ਹੋਰ ਮੈਲਾ ਸੁੱਟਦਾ। ਉਸ ਦਿਨ ਉਸਨੇ ਸਵੇਰੇ ਇਸ਼ਨਾਨ ਕੀਤਾ ਸੀ ਤੇ ਬਾਰਿਸ਼ ਹੁੰਦੀ ਰਹੀ। ਤੁਸੀਂ ਸਾਧੂ
ਜੇ ਭਗਵਾਨ ਦੇ ਭਗਤ ਹੋ ਤਾਂ ਠੀਕ ਹੈ, ਆਓ ਬੈਠੋ ਤੇ ਗਿੱਲੇ ਵਸਤਰ ਲਾ ਕੇ ਸੁੱਕੇ ਪਹਿਨ ਲਓ। ਸ਼ਾਇਦ ਜੀਵਨ ਵਿੱਚ ਸਾਧੂ ਦੀ ਸੇਵਾ ਕਰਨ ਦਾ ਮੌਕਾ ਪਹਿਲੀ ਵਾਰ ਮਿਲਿਆ ਹੈ। ਆਓ, ਕੀ ਪਤਾ ਮੇਰੇ ਜੀਵਨ ਵਿੱਚ ਐਸੀ ਘਟਨਾ ਹੋਣੀ ਹੋਏਗੀ। ਇਉਂ ਆਖਦੀ ਹੋਈ ਨੇ ਸਾਧੂ ਦੇ ਗਿੱਲੇ ਵਸਤਰ ਲੋਹਾਏ ਤੇ ਉਸ ਨੂੰ ਗਰਮ ਵਸਤਰ ਦਿੱਤੇ, ਅੱਗ ਬਾਲ ਕੇ ਉਸ ਦੇ ਤੋਤੇ ਤੇ ਉਸ ਨੂੰ ਅੱਗ ਸੁਕਾਈ। ਉਹ ਨਿੱਘੇ ਹੋਏ ਤਾਂ ਤੋਤਾ ਆਪਣੀ ਆਦਤ ਅਨੁਸਾਰ ਰਾਮ ਦਾ ਨਾਮ ਲੈਣ ਲੱਗ ਪਿਆ। ਚੰਦਰਮੁਖੀ ਗਨਕਾ ਨੂੰ ਉਹਨਾਂ ਦੀਆਂ ਗੱਲਾਂ ਅਨੋਖੀਆਂ ਲੱਗੀਆਂ। ਉਸਨੇ ਸਾਧੂ ਨੂੰ ਆਖਿਆ, ਮਹਾਰਾਜ ਜੀ, ਭੋਜਨ ਛਕੋਗੇ? ਸਾਧੂ ਨੇ ਕਿਹਾ, ਹਾਂ ਪੁੱਤਰੀ, ਮੈਂ ਵੀ ਭੁੱਖਾ ਹਾਂ। ਇਹ ਪੰਛੀ ਵੀ ਜੋ ਭਗਵਾਨ ਨੇ ਲਿਖਿਆ ਹੈ ਦੇਵੇਗਾ। ਅੱਜ ਨਹੀਂ ਕੱਲ ਸਹੀ, ਉਸ ਦੀ ਇੱਛਾ ਜੈਸੀ ਹੈ ਵੈਸਾ ਹੀ ਹੋਣਾ ਹੈ। ਸਾਧੂ ਨੇ ਉੱਤਰ ਦਿੱਤਾ। ਗਨਕਾ ਨੇ ਆਖਿਆ, ਮੇਰੇ ਕੋਲ ਜੋ ਕੁਝ ਹੈ ਉਸ ਨੂੰ ਪ੍ਰਵਾਨ ਕਰੋ, ਪਰ ਮੈਂ ਗਨਕਾ ਵੇਸਵਾ ਹਾਂ ਜਿਸ ਨੂੰ ਇਸ ਘਰ ਵਿੱਚ ਆਈ ਨੂੰ 12 ਸਾਲ ਹੋ ਗਏ ਹਨ। ਪੁਰਸ਼ਾਂ ਦੇ ਮਨਾਂ ਦੀਆਂ ਖੁਸ਼ੀਆਂ ਕਰਦੀ ਰਹੀ ਹਾਂ। ਮੈਂ ਤਾਂ ਪਾਪਣ ਹਾਂ। ਤੁਸੀਂ ਪਾਪਣ ਦੇ ਘਰ ਦਾ ਭੋਜਨ ਛਕ ਲੋਗੇ? ਉਸਦੇ ਚਿਹਰੇ ਤੇ ਗੰਭੀਰਤਾ ਆਈ। ਸ਼ਾਇਦ ਉਸਦੇ ਜੀਵਨ ਵਿੱਚ ਇਹ ਪਹਿਲੀ ਘਟਨਾ ਸੀ। ਸਾਧੂ ਨੇ ਦੇਖਿਆ ਗਨਕਾ ਨੇ ਆਪਣੇ ਪਾਪ ਕਰਮ ਨੂੰ ਅਨੁਭਵ ਕਰ ਲਿਆ ਹੈ, ਹੁਣ ਇਸ ਨੂੰ ਉਪਦੇਸ਼ ਦੇਣਾ ਠੀਕ ਹੈ। ਉਹਨਾਂ ਨੇ ਕਿਹਾ, ਤੇਰਾ ਦਿੱਤਾ ਭੋਜਨ ਪ੍ਰਵਾਨ ਹੋਏਗਾ। ਇਸ ਜਗਤ ਵਿੱਚ ਮਾਇਆ ਦਾ ਪ੍ਰਵੇਸ਼ ਹੈ। ਮਾਇਆ ਦਾ ਪ੍ਰਭਾਵ ਜਦੋਂ ਜੀਵ ਤੇ ਪੈਂਦਾ ਹੈ ਤਾਂ ਉਹ ਭਗਵਾਨ ਨੂੰ ਭੁੱਲ ਕੇ ਕਾਮ, ਕ੍ਰੋਧ ਤੇ ਮੋਹ ਵਿੱਚ ਫਸ ਜਾਂਦਾ ਹੈ। ਜੀਵਨ ਮਾਰਗ ਤੋਂ ਪਾਸੇ ਹੋ ਜਾਂਦਾ ਹੈ। ਰਾਮ ਨਾਮ ਦਾ ਸਿਮਰਨ ਨਹੀਂ ਕਰਦਾ। ਕੁਝ ਐਸੇ ਪੁਰਸ਼ ਹੁੰਦੇ ਹਨ ਜੋ ਆਪਣੇ ਮਤਲਬ ਵਾਸਤੇ ਅਗਲੇ ਨੂੰ ਕੁਰਾਹੇ ਤੋੜਦੇ ਹਨ। ਐਸਾ ਹੀ ਜਗਤ ਦਾ ਵਤੀਰਾ ਹੈ। ਗਨਕਾ ਨੇ ਆਖਿਆ, ਠੀਕ ਹੈ ਮਹਾਰਾਜ, ਆਪ ਸੱਤ ਆਖਦੇ ਹੋ। ਪੁਰਸ਼ਾਂ ਨੇ ਹੀ ਮੈਨੂੰ ਕੁਰਾਹੇ ਤੋਰਿਆ। ਮੈਂ ਪਾਪਣ ਹਾਂ, ਪਰ ਪਾਪਣ ਹੋਣ ਦਾ ਗਿਆਨ ਮੈਨੂੰ ਤੁਹਾਡੇ ਦਰਸ਼ਨ ਕਰਨ ਤੇ ਹੋਇਆ ਹੈ। ਜਦੋਂ ਤੁਸਾਂ ਨੇ ਮੈਨੂੰ ਪੁੱਤਰੀ ਕਿਹਾ, ਮੇਰੇ ਘਰ ਜਵਾਨ ਆਇਆ ਜਾਂ ਬੁੱਢਾ, ਕਿਸੇ ਨੇ ਕਦੀ ਮੈਨੂੰ ਭੈਣ ਜਾਂ ਪੁੱਤਰੀ ਨਹੀਂ ਕਿਹਾ। ਨਾ ਮੈਨੂੰ ਪਤਾ ਹੈ ਕਿ ਮੇਰੀ ਮਾਂ ਕੌਣ ਸੀ ਤੇ ਬਾਪ ਕੌਣ। ਬਸ ਐਸੇ ਹੀ ਜੀਵਨ ਬਤੀਤ ਹੋਣ ਲੱਗਾ। ਮੀਂਹ ਪੈ ਰਹੇ ਨੂੰ 2 ਦਿਨ ਹੋ ਗਏ, ਉਹ ਵੀ ਕੋਈ ਨਹੀਂ ਆਏ ਜੋ ਕੋਈ ਮਤਲਬ ਲਈ ਆਉਂਦੇ ਸੀ। ਇਉਂ ਗਨਕਾ ਚੰਦਰਮੁਖੀ ਨੂੰ ਗਿਆਨ ਹੁੰਦਾ ਗਿਆ। ਉਸ ਦਾ ਸਰੀਰ ਕੰਬ ਗਿਆ, ਮਨ ਕੰਬੀ ਗਿਆ। ਉਸ ਨੂੰ ਇਉਂ ਮਾਲੂਮ ਹੋਇਆ ਜਿਵੇਂ ਉਸ ਵਿੱਚ ਇੱਕ ਮਹਾਨ ਤਬਦੀਲੀ ਆ ਰਹੀ ਸੀ। ਇੱਕ ਦਰਦ ਤੇ ਪੀੜਾ ਜਿਹੀ ਹੋ ਰਹੀ ਸੀ। ਮਤਲਬ, ਲੱਭ, ਇਹੋ ਤਾਂ ਸਭ ਕੁਝ ਹੈ। ਸਮਾਜ ਦੀ ਜਾਨ ਮੇਰੇ ਤੋਤੇ ਤੇ ਮੈਨੂੰ ਆਸਰੇ ਦਾ ਮਤਲਬ ਸੀ। ਇਸ ਕਰਕੇ ਅਸੀਂ ਚੱਲ ਕੇ ਆ ਗਏ। ਪਰ ਇਸ ਮਤਲਬ ਤੇ ਲੱਭ ਦੇ 2 ਰੂਪ ਹਨ, ਇੱਕ ਮਾਇਆਵਾਦੀ, ਦੂਸਰਾ ਈਸ਼ਵਰਵਾਦੀ। ਜੇ ਤਾਂ ਜੀਵ ਨੂੰ ਇਹ ਮਤਲਬ ਹੋਏ ਕਿ ਉਸ ਦਾ ਜੀਵਨ ਚੰਗਾ ਬਣੇ, ਉਹ ਰਾਮ ਨਾਮ ਦਾ ਸਿਮਰਨ ਕਰਨ ਲਈ ਸਾਧੂ ਸੰਤਾਂ ਤੇ ਨੇਕ ਪੁਰਸ਼ਾਂ ਦੀ ਸੰਗਤ ਕਰੇ, ਸੇਵਾ ਦਾ ਭਾਵ ਮਨ ਵਿੱਚ ਰੱਖੇ, ਧਰਮ ਤੇ ਸਮਾਜ ਦੀ ਮਰਿਆਦਾ ਕਾਇਮ ਰੱਖੇ, ਤਾਂ ਠੀਕ। ਦੇਖ ਪੁੱਤਰੀ, ਜੇ ਤੂੰ ਇੱਕ ਪਤੀ ਧਾਰਨ ਕੀਤਾ ਹੁੰਦਾ, ਉਸ ਦੀ ਸੇਵਾ ਕਰਦੀ, ਉਸ ਕੋਲੋਂ ਹੀ ਤਨ ਤੇ ਮਨ ਦੀਆਂ ਲੋੜਾਂ ਪੂਰੀਆਂ ਕਰਦੀ, ਤੇਰੇ ਬੱਚੇ ਹੁੰਦੇ, ਬੱਚਿਆਂ ਤੇ ਪਤੀ ਦੀ ਸੁੱਖ ਸ਼ਾਂਤੀ ਵਾਸਤੇ ਪੂਜਾ ਪਾਠ ਕਰਦੀ, ਸਾਰੇ ਤੈਨੂੰ ਦੇਵੀ ਆਖਦੇ। ਜੀਵ ਕਰਮ ਨਾਲ ਜਾਣਿਆ ਜਾਂਦਾ ਹੈ, ਸਰੀਰ ਨਾਲ ਨਹੀਂ। ਸੋ ਭਲਾ ਹੈ ਜੋ ਬੀਤੀ ਸੋ ਬੀਤੀ। ਅੱਗੇ ਤੋਂ ਨੇਕ ਰਾਹ ਚੱਲਣਾ ਚਾਹੀਦਾ ਹੈ। ਭਗਵਾਨ ਜਿਸ ਨੇ ਜੀਵਨ ਦਿੱਤਾ ਹੈ, ਉਹ ਰੋਜ਼ੀ ਵੀ ਦਿੰਦਾ ਹੈ। ਚੰਦਰਮਣੀ ਨੇ ਸਾਧੂ ਨੂੰ ਭੋਜਨ ਕਰਾਇਆ। ਉਸਨੇ ਤੋਤੇ ਨੂੰ ਚੂਰੀ ਖਵਾਈ ਤੇ ਚਰਨੀ ਲੱਗ ਗਈ। ਸਾਧੂ ਦੀ ਸੰਗਤ ਨੇ ਉਸਦੇ ਮਨ ਨੂੰ ਬਦਲ ਦਿੱਤਾ, ਉਸ ਨੂੰ ਪਾਪਾਂ ਦਾ ਅਹਿਸਾਸ ਕਰਾ ਦਿੱਤਾ। ਤਦੇ ਤਾਂ ਭਲੇ ਪੁਰਸ਼ ਆਖਦੇ ਹਨ, ਨੇਕ ਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਹੈ। ਭਾਈ ਗੁਰਦਾਸ ਜੀ ਨੇ ਸੰਗਤ ਦਾ ਬਹੁਤ ਹੀ ਵੱਡਾ ਮਹਾਤਮ ਦੱਸਿਆ ਹੈ। ਸਾਧ ਸੰਗਤ ਦੇ ਫਲ ਕਰਕੇ ਗਨਕਾ ਦੇ ਮਨ ਉੱਤੇ ਅਸਰ ਪੈ ਗਿਆ। ਉਹ ਸਾਰੀ ਰਾਤ
सत संगत करदी रही। अगले दिन फरका लगा, आकाश निर्मल हो गया, धुप लगी ते साधु ने तुरन दी तैयारी की। तां गनका चंद्रमणि ने बेनती की, महाराज जी यह परोपकार करो, मैनू तुसी अपना तोता दे जाओ। मैं इस कोलों राम नाम सुनिया करांगी, इसनूं पढ़ाया करांगी, ऐसा ही कार्य करो। चंगा तां यह है कि तुसी रहो। साधु ने कहा, चंगा पुत्री, जे तेरी ऐसी ही इच्छा है तां आ लै पिंजरा, इसनूं साਂਭ के रखी, असीं अपनी कुटिया विच जांदे हां। तेरे घर रहण ते लोग तेरी मेरी दोहां दी निंदा करनगे। लोक निंदा कराउणी उचित नहीं हुंदी, असीं चलदे हां। ਇਹ आख के महात्मा चले गए। ਉਹ अपना तोता छड्ड गए। ਉਹ बीबा तोता राम का नाम बोलदा। गणका आखदी, बोल गंगा राम, राम राम। गनका चंद्रमणि नूं ऐसी लगन लग गई कि ਉਹ रात दिने गंगा राम नूं राम नाम की पट्टी पढ़ाउण लगी। उसका मन पाप कर्म वल्लों मुड़ पिया। उसने राम नाम की धुन लाउणी शुरू कर दी। हौली हौली उसकी बैठक खाली रहन लगी। राम नाम गूंजण लगा। तन ते मन की सुध ना रही। वह भुखी ही राम नाम जपी जान लगी। चंद्रमणि गणका दा सिदक देख के भगवान जी प्रसन्न हो गए। उन्होंने चंद्रमणि नूं अपने कोल सदन वास्ते एक बहाना बना लिया। वो बहाना यह सी कि पिंजरे विच सप का रूप धारण करके अपने काल दूत नूं भेजिया। उसने पहला तोते नूं डंग मारिया। उसकी रूह नूं पहला भेज के मुड़ बैठा रहा। गनका उठी, उसने तोते नूं बुलाया, बोल गंगा राम, राम नाम। पर अगों कोई आवाज़ ना आई। उसने हथ पिंजरे विच पा के तोते नूं हिलाया तां सप ने डंग मारिया। उस वेले उसकी रूह शरीर नूं छड्ड गई। उसकी रूह दे वास्ते बिबान आया। नरसिंगे वजे संखां दी धुन विच ਉਹ ਮਾਤਲੋਕ ਤੋਂ ਸਵਰਗ ਲੋਕ ਨੂੰ ਚਲੀ ਗਈ। ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਗਈ ਬੈਕੁੰਠ ਬੀਬਾਨ ਚੜ੍ਹ, ਨਾਉ ਨਰਾਇਣ ਛੋਤ ਅਛੋਤਾ, ਥਾਉ ਨਿਥਾਵੇਂ ਮਾਣ ਮਣੋਤਾ। ਬੀਬਾਨ ਤੇ ਅਰੁੜ ਹੋ ਬੈਕੁੰਠ ਜਾ ਪੁੱਜੀ, ਤਾਂ ਤੇ ਈਸ਼ਰ ਦਾ ਨਾਮ ਛੋਤਾ ਤੋਂ ਅਛੋਤ ਭਾਵ ਨਿਰਦੁਖਣ ਹੈ। ਕੋਈ ਜਪੇ ਸਭ ਦਾ ਉਧਾਰ ਕਰਦਾ ਹੈ। ਜਿਹਾ ਖੱਤਰੀ ਬ੍ਰਾਹਮਣ ਸੂਦ ਵੈਸ, ਉਦਰੇ ਸਿਮਰ ਚੰਡਾਲ। ਨਾਮ ਐਸੀ ਰਸਾਇਣ ਵਸਤੂ ਹੈ। ਨਾਮ ਹੀ ਨਿਥਾਵਿਆਂ ਦਾ ਥਾਉ ਤੇ ਨਿਮਾਣਿਆਂ ਦਾ ਮਾਣ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।